ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 63। ਪੁਸ਼ਪਾ ਦੀ ਮਾਂ ਦੀਆਂ ਅੱਖਾਂ ਵਿੱਚ ਸੁੰਦਰਦਾਸ ਦੀ ਸੂਰਤ ਕੁਝ ਹੋਰ ਤਰ੍ਹਾਂ ਦੀ ਸਮਾਈ ਹੋਈ ਸੀ। ਪਹਿਲੀ ਵੇਰਾਂ ਉਸਨੇ ਫੱਟੜ ਦੀ ਸੂਰਤ ਵਿੱਚ ਸੁੰਦਰਦਾਸ ਨੂੰ ਸੇਵਾਦਾਸ ਦੇ ਤੌਰ ਤੇ ਵੇਖਿਆ ਸੀ। ਡਾਢਾ ਹੀ ਰੁਲਿਆ ਹੋਇਆ ਸੀ। ਤਾਈਏ ਤਾਂ ਉਹ ਪ੍ਰੀਤਮ ਸਿੰਘ ਦੀ ਚੋਣ ਉੱਤੇ ਦਿਲੋਂ ਖੁਸ਼ ਨਹੀਂ ਸੀ। ਜਦ ਪ੍ਰੀਤਮ ਸਿੰਘ ਨੇ ਸੁੰਦਰਦਾਸ ਦੇ ਉੱਚੇ ਖਾਨਦਾਨ ਤੇ ਉਸ ਸੰਬੰਧੀ ਹੋਰ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਮਾਂ ਪਾਸ ਕੀਤਾ ਤਾਂ ਉਸਨੂੰ ਕੁਝ ਤਸੱਲੀ ਅਵਸ਼ ਹੋਈ ਸੀ, ਪਰ ਪੂਰੀ ਤਰ੍ਹਾਂ ਨਹੀਂ। ਉਸਦਾ ਆਪਣਾ ਚੁਣਿਆ ਹੋਇਆ ਮੁੰਡਾ ਜਿਹੜਾ ਉਸਦੀ ਸਹੇਲੀ ਦਾ ਪੁੱਤਰ ਸੀ, ਸੋਹਣ ਸਿੰਘ, ਉਸਨੂੰ ਪੁਸ਼ਪਾ ਨੇ ਨਾਮ ਮਨਜ਼ੂਰ ਕਰ ਦਿੱਤਾ ਸੀ। ਦਿਲੋਂ ਪੁਸ਼ਪਾ ਦੀ ਹਿਸਾਬ ਹੁਦਰੀ ਉੱਤੇ ਕੁਝ ਵਟੀ ਘੁਟੀ ਰਹਿੰਦੀ ਸੀ, ਪਰ ਉਹ ਇਹ ਵੀ ਜਾਣਦੀ ਸੀ ਕਿ ਜਿੱਥੇ ਦੋਹਾਂ ਭੈਣ ਭਰਾਵਾਂ ਦੀ ਮੀਜ਼ਾ ਇੱਕ ਹੋਵੇ ਉਥੇ ਕਿਸੇ ਦੀ ਪੇਸ਼ ਨਹੀਂ ਸੀ ਜਾ ਸਕਦੀ। ਇਹੋ ਕਾਰਨ ਸੀ ਉਸਨੇ ਪੁਸ਼ਪਾ ਨੂੰ ਮੰਗਣ ਦਾ ਭਾਰ ਪ੍ਰੀਤਮ ਸਿੰਘ ਉੱਤੇ ਹੀ ਸੁੱਟ ਦਿੱਤਾ। ਪਰ ਅੱਜ ਜਿਸ ਰੰਗ ਢੰਗ ਵਿੱਚ ਉਸਨੇ ਸੁੰਦਰਦਾਸ ਨੂੰ ਵੇਖਿਆ, ਵੇਖ ਕੇ ਹੀ ਉਸਦਾ ਦਿਲ ਖੁਸ਼ ਹੋ ਗਿਆ। ਸੁੰਦਰਦਾਸ ਦਾ ਪਹਿਰਾਵਾ ਭਾਵੇਂ ਭੜਕੀਲਾ ਨਹੀਂ ਸੀ, ਸਧਾਰਨ ਖੱਦਰ ਦਾ ਸੀ, ਪਰ ਇਤਨਾ ਸਾਫ਼ ਤੇ ਢੁਕਵਾਂ ਕਿ ਉਸਦੀ ਫੱਬਣ ਡੁੱਲ ਪੈਂਦੀ ਸੀ। ਬਾਕੀ ਰਹੀ ਮਨੋਰਮਾ ਦੀ ਗੱਲ, ਉਸਨੂੰ ਕੁਦਰਤ ਨੇ ਸੁੰਦਰਤਾ ਦੀ ਐਨੀ ਦੌਲਤ ਦਿੱਤੀ ਹੋਈ ਸੀ ਕਿ ਉਹ ਕਿਤੇ ਵੀ ਜਾ ਕੇ ਆਪਣੇ ਲਈ ਅਗਲੇ ਦੇ ਦਿਲ ਵਿੱਚ ਥਾਂ ਬਣਾ ਸਕਦੀ ਸੀ। ਪੁਸ਼ਪਾ ਦੀ ਮਾਂ ਨੂੰ ਹਜੇ ਤੀਕ ਵਿਚਲੀ ਗੱਲ ਦਾ ਭੇਤ ਕਿਸੇ ਨਹੀਂ ਸੀ ਦੱਸਿਆ। ਉਸਦੀ ਪਹਿਲੀ ਨਜ਼ਰ ਹੀ ਜਦ ਉਸ ਉੱਤੇ ਪਈ ਤਾਂ ਉਸਦਾ ਦਿਲ ਆਦਰ ਨਾਲ ਭਰ ਗਿਆ। ਉਸਦੇ ਦਿਲ ਵਿੱਚੋਂ ਇੱਕ ਲੁਕਵੀਂ ਜਿਹੀ ਕਾਮਨਾ ਉੱਠੀ, ਕਿਤੇ ਮੇਰੇ ਪੁੱਤਰ ਲਈ ਵੀ ਇਹੋ ਜਿਹੀ ਹੁਸਨਾ ਲੱਦੀ ਮੁਟਿਆਰ ਆਵੇ ਜਿਹੜੀ ਇਸ ਵਾਂਗ ਹਨੇਰੇ ਵਿੱਚ ਬੈਠੀ ਚਾਨਣ ਕਰਨ ਵਾਲੀ ਹੋਵੇ। ਘਰ ਪਹੁੰਚ ਕੇ ਪੁਸ਼ਪਾ, ਪ੍ਰੀਤਮ ਸਿੰਘ ਤੇ ਸੁੰਦਰਦਾਸ ਤਿੰਨੇ ਹੀ ਰੀਡਿੰਗ ਰੂਮ ਵਿੱਚ ਜਾ ਬੈਠੇ। ਮਨੋਰਮਾ ਮਾਂ ਜੀ ਦੇ ਕਮਰੇ ਵਿੱਚ ਜਾ ਕੇ ਲੇਟ ਗਈ। ਸਫ਼ਰ ਦੀ ਥਕਾਵਟ ਕਰਕੇ ਉਸਦੀ ਤਬੀਅਤ ਜਰਾ ਢਿੱਲੀ ਸੀ। ਸੁੰਦਰਦਾਸ ਨੂੰ ਪੁਸ਼ਪਾ ਬਾਰੇ ਕੁਝ ਇੰਜ ਭਾਸ ਰਿਹਾ ਸੀ ਜਿਵੇਂ ਉਹ ਬੱਧੀ ਰੁੱਧੀ ਸਭ ਕੁਝ ਕਰ ਰਹੀ ਹੈ ਤੇ ਧਿਆਨ ਉਸਦਾ ਕਿਸੇ ਹੋਰ ਥਾਂ ਉੱਡਿਆ ਹੋਇਆ ਹੈ। ਉਹ ਪੁਸ਼ਪਾ ਦੀ ਇਸ ਹਾਲਤ ਨੂੰ ਨਾ ਤਾਂ ਸ਼ਰਮ ਕਹਿ ਸਕਦਾ ਸੀ, ਨਾ ਹੀ ਬੇਪਰਵਾਹੀ। ਆਖਿਰ ਇਹ ਕੀ ਸੀ? ਪੁਸ਼ਪਾ ਤੋਂ ਪੁੱਛਣ ਲਈ ਉਹ ਕਾਂਤ ਦੀ ਭਾਲ ਵਿੱਚ ਸੀ। ਸੁਖ ਸਾਂਦ ਪੁੱਛਣ ਪਛਾਣ ਪਿੱਛੋਂ ਕੰਮ ਦੀਆਂ ਗੱਲਾਂ ਸ਼ੁਰੂ ਹੋ ਪਈਆਂ। ਸੁੰਦਰਦਾਸ ਪ੍ਰੀਤਮ ਸਿੰਘ ਨੂੰ ਕਹਿਣ ਲੱਗਾ, ਤੁਹਾਡੀ ਚਿੱਠੀ ਪੜ੍ਹ ਕੇ ਤਾਂ ਮੈਨੂੰ ਇਉਂ ਮਾਲੂਮ ਹੋਇਆ ਜਿਵੇਂ ਤੁਸੀਂ ਬਹੁਤ ਹੀ ਘਬਰਾਹਟ ਵਿੱਚ ਹੋ, ਪਰ ਤੁਹਾਡੇ ਚਿਹਰੇ ਉੱਤੇ ਤਾਂ ਮੈਨੂੰ ਅਜਿਹਾ ਕੋਈ ਚਿੰਨ੍ਹ ਨਹੀਂ ਦਿਸਦਾ। ਹੱਸ ਕੇ ਪ੍ਰੀਤਮ ਸਿੰਘ ਬੋਲਿਆ, ਤਾਂ ਤੁਸੀਂ ਮੇਰੀ ਗੱਲ ਦਾ ਯਕੀਨ ਉਸੇ ਹਾਲਤ ਵਿੱਚ ਕਰਦੇ ਜਿਸ ਹਾਲਤ ਵਿੱਚ ਮੰਜੇ ਤੇ ਪਿਆ ਤੁਹਾਨੂੰ ਦਿਖਾਈ ਦਿੰਦਾ। ਮੰਜੇ ਤੇ ਪੈਣ ਤੁਹਾਡੇ ਦੁਸ਼ਮਣ? ਮੇਰੇ ਦੁਸ਼ਮਣ ਤਾਂ ਮੰਜੇ ਤੇ ਪੈਣੋਂ ਰਹੇ, ਪਰ ਜੇ ਇਹੋ ਹਾਲਤ ਹੋਰ ਕੁਝ ਦਿਨ ਰਹੀ ਤਾਂ ਦੁਸ਼ਮਣ ਮੈਨੂੰ ਜ਼ਰੂਰ ਮੰਜੇ ਤੇ ਪਾ ਛੱਡਣਗੇ। ਛੱਡੋ ਸਰਦਾਰ ਜੀ, ਕਿ ਢਹਿੰਦੀਆਂ ਕਲਾ ਵੱਲ ਜਾਣ ਡਏ ਹੋ ਐਡੇ ਸਿਆਣੇ ਬਿਆਨੇ ਹੋ ਕੇ। ਡਾਕਟਰ ਜੀ, ਸੱਚ ਕਹਿੰਦਾ ਹਾਂ, ਤੁਸੀਂ ਮੇਰੀ ਹਾਲਤ ਦਾ ਅੰਦਾਜ਼ਾ ਨਹੀਂ ਲਾ ਸਕਦੇ। ਪੁਸ਼ਪਾ ਕੋਲੋਂ ਪੁੱਛੋ ਇਹਨਾਂ ਦਿਨਾਂ ਵਿੱਚ ਜੋ ਮੇਰੀ ਹਾਲਤ ਰਹੀ ਹੈ। ਸੁੰਦਰਦਾਸ ਨੇ ਪੁਸ਼ਪਾ ਵੱਲ ਤੱਕਿਆ। ਉਹ ਇੱਕ ਅਖਬਾਰ ਦੇ ਸਫ਼ੇ ਉੱਤੇ ਨਜ਼ਰ ਜਮਾਈ ਪੜ੍ਹ ਰਹੀ ਸੀ ਜਾਂ ਸ਼ਾਇਦ ਸੋਚ ਰਹੀ ਸੀ। ਭਰਾ ਨੂੰ ਆਪਣਾ ਨਾਂ ਲੈਂਦਿਆਂ ਸੁਣ ਕੇ ਉਸਨੇ ਧਿਆਨ ਪ੍ਰੀਤਮ ਸਿੰਘ ਵੱਲ ਮੋੜਿਆ ਤੇ ਬੋਲੀ, ਇਹਨਾਂ ਦਾ ਹਜੇ ਵਾਹ ਨਹੀਂ ਪਿਆ ਉਸ ਕੁਪੱਤੀ ਨਾਲ। ਜੇ ਕਿਤੇ ਟੱਕਰ ਹੋ ਜਾਵੇ ਤਾਂ ਸਾਰੀ ਡਾਕਟਰੀ ਘੁਰਲ ਹੋ ਜਾਵੇ। ਇਸ ਟਕੋਰ ਵਿੱਚੋਂ ਸੁੰਦਰਦਾਸ ਨੂੰ ਸਵਾਦ ਆਇਆ, ਪਰ ਉਹ ਪੁਸ਼ਪਾ ਦੀਆਂ ਗੱਲਾਂ ਨੂੰ ਹੋਰ ਰਸਤਾ ਦੇਣ ਦੇ ਖਿਆਲ ਨਾਲ ਬੋਲਿਆ, ਪਰ ਮੇਰੇ ਨਾਲ ਜੇ ਉਸਦਾ ਵਾਹ ਪੈ ਜਾਵੇ ਤਾਂ ਯਕੀਨਨ ਮੈਂ ਉਸਦੇ ਸਾਰੇ ਹਥਿਆਰ ਸੁਟਾ ਦਿਆਂ। ਪ੍ਰੀਤਮ ਸਿੰਘ ਤੈਸ਼ ਵਿੱਚ ਆ ਕੇ ਬੋਲਿਆ, ਜਾਨ ਵੀ ਦਿਓ ਡਾਕਟਰ ਜੀ, ਰੱਬ ਉਸ ਨਾਲ ਨਾ ਹੀ ਤੁਹਾਡਾ ਵਾਹ ਪਾਵੇ। ਉਸਨੇ ਚੰਗਿਆਂ ਦੇ ਦੰਦ ਖੱਟੇ ਕਰ ਦਿੱਤੇ ਨੇ। ਦੰਦ ਖੱਟੇ ਕਰਨ ਨਾਲੋਂ ਸਰਦਾਰ ਜੀ ਦਿਲ ਖੱਟੇ ਕਰਨ ਵਾਲਾ ਜਿੱਤ ਜਾਂਦਾ ਹੈ। ਮੇਰੇ ਪਾਸ ਦੰਦ ਖੱਟੇ ਕਰਨ ਦੀ ਤਾਕਤ ਤਾਂ ਨਹੀਂ, ਪਰ ਮੈਂ ਗਲਤ ਕੰਮਾਂ ਵੱਲੋਂ ਕਿਸੇ ਦਾ ਦਿਲ ਖੱਟਾ ਕਰਨ ਦੀ ਮਾੜੀ ਮੋਟੀ ਸ਼ਕਤੀ ਰੱਖਦਾ ਹਾਂ। ਪ੍ਰੀਤਮ ਸਿੰਘ ਤੋਂ ਪਹਿਲਾਂ ਪੁਸ਼ਪਾ ਬੋਲ ਉੱਠੀ, ਜਿਹੜਾ ਆਦਮੀ ਘਰਦਿਆਂ ਦਾ ਦਿਲ ਖੱਟਾ ਨਹੀਂ ਕਰ ਸਕਦਾ ਉਹ ਬਾਹਰਲਿਆਂ ਦੇ ਦਿਲ ਕੀ ਖੱਟੇ ਕਰੇਗਾ। ਸੁੰਦਰਦਾਸ ਦਾ ਜਾਦੂ ਚੱਲ ਗਿਆ। ਪ੍ਰੀਤਮ ਸਿੰਘ ਵੱਲੋਂ ਹਟ ਸਿੱਧਾ ਪੁਸ਼ਪਾ ਨੂੰ ਸੰਬੋਧਨ ਕਰਕੇ ਬੋਲਿਆ, ਪੁਸ਼ਪਾ ਦੇਵੀ, ਮੈਂ ਤੁਹਾਡੀ ਇਸ ਉਕਤੀ ਦਾ ਮਤਲਬ ਨਹੀਂ ਸਮਝ ਸਕਿਆ। ਜਰਾ ਇਸ ਪੇਜ ਨੂੰ ਖੋਲਣ ਦੀ ਖੇਚਲ ਕਰੋ। ਪੁਸ਼ਪਾ ਦੇ ਗੰਭੀਰ ਚਿਹਰੇ ਉੱਤੇ ਐਤਕੀ ਮੁਸਕਰਾਹਟ ਆਉਣੋਂ ਨਾ ਰੁਕ ਸਕੀ। ਉਹ ਬੋਲੀ, ਜੇ ਤੁਸੀਂ ਦਿਲਾਂ ਨੂੰ ਮੋੜਨ ਜੋੜਨ ਦੇ ਐਡੇ ਡਾਕਟਰ ਹੋ ਤਾਂ ਪਹਿਲਾਂ ਵੀਰਾ ਜੀ ਦੀ ਕਿਉਂ ਨਹੀਂ ਕੋਈ ਇਲਾਜ ਕਰਦੇ। ਪ੍ਰੀਤਮ ਸਿੰਘ ਦੀ ਵੀ ਇਹੋ ਚਾਹ ਸੀ ਕਿ ਦੋਹਾਂ ਦੀ ਗੱਲਬਾਤ ਦਾ ਸਿਲਸਿਲਾ ਕਿਸੇ ਤਰ੍ਹਾਂ ਸ਼ੁਰੂ ਹੋ ਜਾਵੇ। ਇਹੋ ਵਜ੍ਹਾ ਕਿ ਪੁਸ਼ਪਾ ਦੇ ਮੂੰਹੋਂ ਆਪਣੇ ਸੰਬੰਧੀ ਤਿੱਖੀ ਟਿੱਪਣੀ ਸੁਣ ਕੇ ਵੀ ਉਹ ਚੁੱਪ ਰਿਹਾ। ਸੁੰਦਰਦਾਸ ਨੇ ਪੁਸ਼ਪਾ ਨੂੰ ਪੁੱਛਿਆ, ਆਪਣੇ ਵੀਰਾ ਜੀ ਦੇ ਦਿਲ ਵਿੱਚ ਪੁਸ਼ਪਾ ਦੇਵੀ ਤੁਸੀਂ ਕੋਈ ਖਾਸ ਬਿਮਾਰੀ ਵੇਖੀ ਹੈ? ਜੇ ਹੈ ਤਾਂ ਦੱਸੋ, ਮੈਂ ਉਸ ਦਾ ਇਲਾਜ ਕਰਨ ਨੂੰ ਤਿਆਰ ਹਾਂ। ਬੜੀ ਭਾਰੀ ਬਿਮਾਰੀ। ਪੁਸ਼ਪਾ ਨੇ ਚੋਰ ਅੱਖਾਂ ਨਾਲ ਪ੍ਰੀਤਮ ਸਿੰਘ ਵੱਲ ਤੱਕ ਕੇ ਤੇ ਫਿਰ ਸੁੰਦਰਦਾਸ ਨਾਲ ਨਜ਼ਰ ਮਿਲਾਉਂਦਿਆਂ ਕਿਹਾ, ਪੁਲਿਸ ਦੀ ਜ਼ਲੀਲ ਨੌਕਰੀ ਵੱਲੋਂ ਇਹਨਾਂ ਦਾ ਦਿਲ ਖੱਟਾ ਕਰੋ ਤਾਂ ਜਾਣਾ। ਗੱਲ ਦੀ ਲੜੀ ਹਜੇ ਇੱਥੇ
ਇੱਥੋਂ ਤੱਕ ਹੀ ਪਹੁੰਚੀ ਸੀ ਕਿ ਪ੍ਰੀਤਮ ਸਿੰਘ ਦਾ ਨੌਕਰ ਕਿਸੇ ਦਾ ਵਿਜ਼ਿਟਿੰਗ ਕਾਰਡ ਲਈ ਬੂਹੇ ਵਿੱਚ ਖੜਾ ਨਜ਼ਰੀ ਆਇਆ। ਪ੍ਰੀਤਮ ਸਿੰਘ ਨੇ ਉੱਠ ਕੇ ਵੇਖਿਆ ਇੱਕ ਪੁਲਿਸ ਕਰਮਚਾਰੀ ਦਾ ਸੀ ਜਿਹੜਾ ਉਸ ਨੂੰ ਮਿਲਣ ਲਈ ਮੁਲਾਕਾਤੀ ਕਮਰੇ ਵਿੱਚ ਬੈਠਾ ਸੀ, ਜਿਸ ਕਰਕੇ ਗੱਲਾਂ ਦਾ ਸਿਲਸਿਲਾ ਅਧੂਰਾ ਹੀ ਛੱਡਣਾ ਪਿਆ। ਪ੍ਰੀਤਮ ਸਿੰਘ ਨੇ ਸੁੰਦਰਦਾਸ ਤੋਂ ਇਜਾਜ਼ਤ ਲਈ ਤੇ ਮੁਲਾਕਾਤੀ ਕਮਰੇ ਵਿੱਚ ਜਾ ਪਹੁੰਚਿਆ। ਉਸ ਦੇ ਚਲੇ ਜਾਣ ਪਿੱਛੋਂ ਸੁੰਦਰਦਾਸ ਕਹਿਣ ਲੱਗਾ, ਮੇਰੀ ਸਲਾਹ ਹੈ ਅਸੀਂ ਕਿਸੇ ਇਕਾਂਤ ਜਗ੍ਹਾ ਚੱਲ ਬਹੀਏ। ਪੁਸ਼ਪਾ ਦੇਵੀ, ਅੱਜ ਤੁਹਾਡੇ ਨਾਲ ਮੈਂ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ। ਸੁੰਦਰਦਾਸ ਨੇ ਮੁੜ ਪਿਛਲੀ ਗੱਲ ਦਾ ਸਿਲਸਿਲਾ ਜੋੜਦਿਆਂ ਕਿਹਾ, ਆਪਣੇ ਵੀਰਾ ਜੀ ਬਾਬਤ ਤੁਸੀਂ ਕੁਝ ਕਹਿ ਰਹੇ ਸੀ। ਇਹ ਗੱਲ ਫਿਰ ਸਹੀ, ਪਹਿਲਾਂ ਤੁਸੀਂ ਆਪਣੀਆਂ ਗੱਲਾਂ ਦੱਸ ਦੇਵੋ। ਮੇਰੀਆਂ ਗੱਲਾਂ ਤਾਂ ਛੇਤੀ ਮੁੱਕਣ ਵਾਲੀਆਂ ਨੇ ਪੁਸ਼ਪਾ ਦੇਵੀ, ਪਹਿਲਾਂ ਤੁਸੀਂ ਇਸ ਗੱਲ ਨੂੰ ਖਤਮ ਕਰ ਲਓ। ਮੇਰੇ ਖਿਆਲ ਵਿੱਚ ਤੁਹਾਨੂੰ ਵੀਰਾ ਜੀ ਨੂੰ ਕਹਿਣਾ ਚਾਹੀਦਾ ਹੈ ਪੁਲਿਸ ਦੀ ਨੌਕਰੀ ਛੱਡ ਦੇਣ। ਇਹ ਗੱਲ ਤਾਂ ਮੇਰੇ ਦਿਲ ਵਿੱਚ ਵੀ ਕਈ ਵਾਰੀ ਆ ਚੁੱਕੀ ਹੈ ਤੇ ਦਿੱਲੀ ਹੁੰਦਿਆਂ ਕਈ ਵਾਰੀ ਮੈਂ ਉਹਨਾਂ ਨੂੰ ਕਿਹਾ ਵੀ ਸੀ, ਪਰ ਉਹ ਮਜਬੂਰੀ ਜ਼ਾਹਰ ਕਰਦੇ ਨੇ। ਪੁਸ਼ਪਾ ਦਾ ਚਿਹਰਾ ਤਮਕ ਉੱਠਿਆ। ਜਿਹੜੀ ਨੌਕਰੀ ਦੇਸ਼ ਭਗਤਾਂ ਦੇ ਗਲ ਵਿੱਚ ਫਾਂਸੀਆਂ ਦੇ ਰੱਸੇ ਪਵਾਉਣ ਲਈ ਮਜਬੂਰ ਕਰੇ ਤੇ ਆਪਣੀ ਜਾਨ ਵੱਖਰੇ ਖਤਰੇ ਵਿੱਚ ਪਾ ਦੇਵੇ, ਇਹੋ ਜਿਹੀ ਨੌਕਰੀ ਖੁਨੋਂ ਥੁੜਿਆ ਕੀ ਪਿਆ ਹੈ। ਤੁਹਾਡੇ ਖਿਆਲਾਂ ਨਾਲ ਮੈਂ ਸਹਿਮਤ ਹਾਂ, ਪਰ ਰਾਜ ਧਰੋਹੀ ਸਰਗਰਮੀਆਂ ਦੇ ਮੈਂ ਵਿਰੁੱਧ ਹਾਂ। ਮੈਂ ਨਹੀਂ ਚਾਹੁੰਦਾ ਕਿ ਆਜ਼ਾਦੀ ਦਾ ਝੰਡਾ ਫੜ ਕੇ ਲੋਕਾਂ ਦੀਆਂ ਜਾਨਾਂ ਲਈਆਂ ਜਾਣ। ਜੇ ਮੇਰਾ ਵਸ ਚੱਲੇ ਤਾਂ ਮੈਂ ਭਾਰਤ ਪੁੱਤਰੀ ਵਰਗਿਆਂ ਨੂੰ ਦਲੀਲ ਨਾਲ ਕਾਇਲ ਕਰ ਲਵਾਂ ਕਿ ਉਹਨਾਂ ਦਾ ਰਸਤਾ ਦੇਸ਼ ਨੂੰ ਕੋਈ ਲਾਭ ਨਹੀਂ ਪਹੁੰਚਾ ਸਕਦਾ। ਪੁਸ਼ਪਾ ਨੇ ਇਸ ਵਿਰੋਧ ਵਿੱਚ ਬਹੁਤ ਕੁਝ ਕਹਿਣਾ ਚਾਹਿਆ, ਪਰ ਕੁਝ ਸੋਚ ਕੇ ਉਹ ਚੁੱਪ ਹੋ ਗਈ। ਠਹਿਰ ਕੇ ਉਹ ਬੋਲੀ, ਭਾਰਤ ਪੁੱਤਰੀ ਦੀ ਗੱਲ ਛੱਡੋ, ਜਿਹੜੀ ਗੱਲ ਸਾਡੇ ਤੁਹਾਡੇ ਵੱਸ ਦੀ ਨਹੀਂ ਉਹਦਾ ਜ਼ਿਕਰ ਹੀ ਕੀ ਕਰਨਾ ਹੋਇਆ। ਪਰ ਮੈਂ ਚਾਹੁੰਦੀ ਹਾਂ ਤੁਸੀਂ ਵੀਰਾ ਜੀ ਨੂੰ ਇਸ ਗੁਲਾਮੀ ਤੋਂ ਹਟਾਉਣ ਦੀ ਜ਼ਰੂਰ ਕੋਸ਼ਿਸ਼ ਕਰੋ। ਮੈਂ ਜਾਣ ਗਈ ਹਾਂ ਉਹ ਇਸ ਕੰਮ ਲਈ ਨਹੀਂ ਬਣਾਏ ਗਏ। ਬਾਪੂ ਜੀ ਨੇ ਬਦੋਬਦੀ ਉਹਨਾਂ ਨੂੰ ਇਸ ਕੰਮ ਵਿੱਚ ਪਾ ਦਿੱਤਾ। ਜੇ ਕਦੇ ਉਹ ਦੇਸ਼ ਸੇਵਾ ਦੇ ਕੰਮ ਵਿੱਚ ਲੱਗ ਜਾਣ ਤਾਂ ਮੈਨੂੰ ਭਰੋਸਾ ਹੈ ਉਹ ਦੇਸ਼ ਦਾ ਬਹੁਤਾ ਕੁਝ ਸਵਾਰ ਸਕਦੇ ਨੇ। ਕੋਸ਼ਿਸ਼ ਕਰਾਂਗਾ। ਕਹਿਣ ਤੋਂ ਬਾਅਦ ਸੁੰਦਰਦਾਸ ਨੇ ਉਸ ਨੂੰ ਆਪਣੇ ਮਤਲਬ ਵੱਲ ਲਿਆਉਣ ਦੇ ਵਿਚਾਰ ਨਾਲ ਕਿਹਾ, ਅੱਛਾ ਹੁਣ ਆਓ ਆਪਣੀਆਂ ਗੱਲਾਂ ਵੱਲ। ਪੁਸ਼ਪਾ ਜੀ, ਤੁਹਾਨੂੰ ਪਤਾ ਹੈ ਮੈਂ ਤੁਹਾਡੇ ਪਾਸੋਂ ਜਾਣ ਤੋਂ ਬਾਅਦ ਇਤਨਾ ਸਮਾਂ ਕਿਸ ਤਰ੍ਹਾਂ ਗੁਜ਼ਾਰਿਆ ਹੈ। ਜਾਣਦੀ ਹਾਂ। ਨਹੀਂ, ਤੁਸੀਂ ਨਹੀਂ ਜਾਣਦੇ। ਮੈਨੂੰ ਤੁਹਾਡਾ ਚਿਹਰਾ ਦੱਸ ਰਿਹਾ ਹੈ। ਮੈਂ ਜਿਸ ਵੇਲੇ ਦਾ ਆਇਆ ਹਾਂ ਤੁਸੀਂ ਇੱਕ ਵਾਰੀ ਵੀ ਮੇਰੇ ਨਾਲ ਉਸ ਨਜ਼ਰ ਨਾਲ ਨਹੀਂ ਤੱਕਿਆ ਜਿਸ ਦੀ ਮੈਨੂੰ ਆਸ ਸੀ। ਸੁੰਦਰਦਾਸ ਦੀਆਂ ਗੱਲਾਂ ਸੁਣ ਕੇ ਉਹ ਘਬਰਾ ਉੱਠੀ। ਉਹ ਕਿਸੇ ਤਰ੍ਹਾਂ ਇਸ ਕਮਰੇ ਵਿੱਚੋਂ ਉੱਡ ਜਾਣਾ ਚਾਹੁੰਦੀ ਸੀ। ਸ਼ਾਇਦ ਉਸ ਨੂੰ ਖਤਰਾ ਭਾਂਸ ਰਿਹਾ ਸੀ ਕਿ ਮਤੇ ਉਸਦੀ ਦ੍ਰਿੜਤਾ ਦੀਆਂ ਤਨਾਵਾਂ ਢਿੱਲੀਆਂ ਨਾ ਪੈ ਜਾਣ। ਜਦ ਕਿੰਨਾ ਹੀ ਚਿਰ ਉਸਨੇ ਸੁੰਦਰਦਾਸ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਤਾਂ ਸੁੰਦਰਦਾਸ ਦੀ ਬੇਸਬਰੀ ਤੇ ਤੌਖਲਾ ਹੋਰ ਵਧਿਆ। ਪੁਸ਼ਪਾ ਜੀ, ਮੈਂ ਅੱਜ ਕੀ ਵੇਖ ਰਿਹਾ ਹਾਂ? ਕੀ ਤੁਸੀਂ ਸੱਚਮੁੱਚ ਪੁਸ਼ਪਾ ਹੋ? ਮੇਰਾ ਖਿਆਲ ਹੈ ਤੁਹਾਡੇ ਸਰੀਰ ਵਿੱਚੋਂ ਪੁਸ਼ਪਾ ਦੀ ਰੂਹ ਉੱਡ ਚੁੱਕੀ ਹੈ। ਇਤਨੀ ਲੰਮੀ ਚੁੱਪ ਪੁਸ਼ਪਾ ਦੇਵੀ। ਸੁੰਦਰਦਾਸ ਨੇ ਉਸਦੀਆਂ ਅੱਖਾਂ ਵਿੱਚ ਤੱਕ ਕੇ ਕਹਿਣਾ ਸ਼ੁਰੂ ਕੀਤਾ, ਕੀ ਮੈਂ ਤੁਹਾਡੇ ਦਿਲ ਨੂੰ ਕੋਈ ਸਦਮਾ ਪਹੁੰਚਾਇਆ ਹੈ? ਇਹ ਪਾਣੀ ਕਿਉਂ ਡਲਕ ਰਿਹਾ ਹੈ ਅੱਖਾਂ ਵਿੱਚ? ਪੁਸ਼ਪਾ ਜੀ, ਪੁਸ਼ਪਾ ਜੀ। ਪੁਸ਼ਪਾ ਨੂੰ ਆਪਣੀ ਭੁੱਲ ਦੀ ਸੋਝੀ ਪਈ। ਉਹ ਸੰਭਾਲ ਕੇ ਬੋਲੀ, ਤੁਸੀਂ ਕੀ ਪੁੱਛਿਆ ਮੈਥੋਂ? ਇਹ ਮੇਰੇ ਵੱਲੋਂ ਇੰਨੀ ਲਾਪਰਵਾਹ ਹੈ ਕਿ ਮੇਰੀ ਕਹੀ ਹੋਈ ਗੱਲ ਤੱਕ ਦਾ ਇਹਨੂੰ ਅਹਿਸਾਸ ਨਹੀਂ। ਇਹ ਖਿਆਲ ਸੀ ਜਿਸਨੇ ਸੁੰਦਰਦਾਸ ਦਾ ਦਿਲ ਝੰਜੋੜ ਦਿੱਤਾ। ਉਸਨੇ ਪੁਸ਼ਪਾ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ, ਕੇਵਲ ਟਿਕਟਿਕੀ ਬੰਨ ਉਸਦੇ ਚਿਹਰੇ ਵੱਲ ਤੱਕਦਾ ਰਿਹਾ। ਸ਼ਾਇਦ ਦੋਵੇਂ ਹੀ ਅਜਿਹੀ ਹਾਲਤ ਵਿੱਚੋਂ ਲੰਘ ਰਹੇ ਸਨ ਕਿ ਉਹ ਗੱਲਾਂ ਕਰਨੀਆਂ ਚਾਹੁੰਦੇ ਹੋਏ ਵੀ ਨਹੀਂ ਸਨ ਸੋਚ ਸਕਦੇ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਅਖੀਰ ਸੁੰਦਰਦਾਸ ਨੇ ਹੀ ਪਹਿਲ ਕੀਤੀ। ਉਹ ਕਹਿਣ ਲੱਗਾ ਕਿ ਮੇਰੀ ਪੁਸ਼ਪਾ ਹੁਣ ਮੇਰੀ ਨਹੀਂ ਰਹੀ। ਪੁਸ਼ਪਾ ਨੇ ਦੂਸਰੇ ਪਾਸੇ ਤੱਕਦਿਆਂ ਉੱਤਰ ਦਿੱਤਾ, ਮੈਂ ਨਹੀਂ ਦੱਸ ਸਕਦੀ। ਪਰ ਸੁੰਦਰਦਾਸ ਨੇ ਉਸ ਵੱਲ ਵਿਖਾਦ ਭਰੀ ਨਜ਼ਰ ਨਾਲ ਤੱਕ ਕੇ ਪੁੱਛਿਆ ਕਿ ਇਤਨੀ ਜਲਦੀ ਸਾਡੇ ਪਿਆਰ ਨੂੰ ਪਰ ਲੱਗ ਗਏ? ਪੁਸ਼ਪਾ ਨੇ ਕੋਈ ਜਵਾਬ ਨਾ ਦਿੱਤਾ। ਸੁੰਦਰਦਾਸ ਫਿਰ ਕਹਿਣ ਲੱਗਾ, ਪੁਸ਼ਪਾ ਜੀ, ਮੈਨੂੰ ਤਾਂ ਤੁਹਾਡੇ ਉੱਤੇ ਬਹੁਤ ਵੱਡੀਆਂ ਉਮੀਦਾਂ ਸਨ। ਕੀ ਤੁਸੀਂ ਮੇਰੇ ਵਿੱਚ ਕੋਈ ਕਸੂਰ ਵੇਖਿਆ ਹੈ? ਨਹੀਂ, ਪੁਸ਼ਪਾ ਨੇ ਉਸੇ ਤਰ੍ਹਾਂ ਮੂੰਹ ਦੂਜੇ ਪਾਸੇ ਮੋੜੀ ਆਖਿਆ। ਉਸ ਦੀ ਉਦਾਸੀਨਤਾ ਵਿੱਚ ਜਰਾ ਵੀ ਫਰਕ ਨਾ ਆਇਆ ਤੇ ਇਸ ਉਦਾਸੀਨਤਾ ਦਾ ਇੱਕ ਇੱਕ ਪਲ ਸੁੰਦਰਦਾਸ ਲਈ ਇੱਕ ਇੱਕ ਬਰਸ਼ੀ ਦਾ ਫੱਟ ਸੀ। ਚਲੋ ਕਾਫੀ ਹੈ, ਕਹਿੰਦਾ ਹੋਇਆ ਸੁੰਦਰਦਾਸ ਆਪਣੇ ਥਾਂ ਤੋਂ ਉੱਠਿਆ ਤੇ ਬਾਹਰ ਵੱਲ ਤੁਰ ਪਿਆ। ਜਾਣ ਲੱਗਿਆਂ ਉਸਦੇ ਦਿਲ ਵਿੱਚ ਹਜੇ ਵੀ ਆਸ ਦੀ ਸ਼ਾਇਦ ਕੋਈ ਤੰਦ ਬਾਕੀ ਸੀ, ਪਰ ਪੁਸ਼ਪਾ ਨੇ ਨਾ ਉਸ ਵੱਲ ਨਜ਼ਰ ਮੋੜੀ ਨਾ ਹੀ ਇੱਕ ਅੱਖਰ ਮੂੰਹੋਂ ਬੋਲੀ। ਅੰਕ 64। ਸਵੇਰੇ ਜਦ ਪ੍ਰੀਤਮ ਸਿੰਘ ਨੇ ਉਸਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸਨੇ ਪਹਿਲਾ ਸਵਾਲ ਉਸ ਉੱਤੇ ਕੀਤਾ, ਕਿਉਂ, ਕੀ ਗੱਲ ਹੈ ਡਾਕਟਰ ਜੀ? ਰਾਤੀ ਕੁਝ ਹਰਾਰਤ ਹੋ ਗਈ, ਕਹਿ ਕੇ ਸੁੰਦਰਦਾਸ ਨੇ ਪਿੱਛਾ ਛੁਡਾਉਣਾ ਚਾਹਿਆ, ਪਰ ਪ੍ਰੀਤਮ ਸਿੰਘ ਉਸਦੇ ਮਗਰੋਂ ਨਾ ਲੱਥਾ। ਕਹਿਣ ਲੱਗਾ, ਤੁਹਾਨੂੰ ਡਾਕਟਰਾਂ ਨੂੰ ਵੀ ਬੁਖਾਰ ਹੋ ਜਾਂਦਾ ਹੈ, ਤਾਂ ਫਿਰ ਤੁਸੀਂ ਹੋਰਨਾਂ ਦੇ ਬੁਖਾਰ ਕਿਵੇਂ ਉਤਾਰਨੇ ਹੋਏ? ਸੁੰਦਰਦਾਸ ਦੇ ਜਵਾਬ ਨਾ ਦੇਣ ਤੇ ਪ੍ਰੀਤਮ ਸਿੰਘ ਦਾ ਹਾਸਾ ਗੰਭੀਰਤਾ ਵਿੱਚ ਵਟ ਗਿਆ। ਉਸਨੇ ਪੁੱਛਿਆ, ਹੁਣ ਤਬੀਅਤ ਕਿਹੋ ਜਿਹੀ ਜੇ? ਆਰਾਮ ਹੈ, ਚਲੋ ਚਾਹ ਪੀ ਲਓ, ਤਬੀਅਤ ਠੀਕ ਹੋ ਜਾਵੇਗੀ, ਕਹਿ ਕੇ ਪ੍ਰੀਤਮ ਸਿੰਘ ਨੇ ਉਸਨੂੰ ਆਪਣੇ ਕਮਰੇ ਵਿੱਚ ਲੈ ਗਿਆ।
ਉਹ ਪੁਸ਼ਪਾ ਨੂੰ ਉੱਥੇ ਚਾਹ ਲਿਆਉਣ ਲਈ ਕਹਿ ਆਇਆ ਸੀ। ਉਧਰ ਪੁਸ਼ਪਾ ਨੇ ਵੀ ਰਾਤ ਬੜੀ ਬੇਚੈਨੀ ਨਾਲ ਕੱਟੀ। ਜਿਹੜਾ ਵਰਤਾਓ ਉਹ ਸੁੰਦਰਦਾਸ ਨਾਲ ਕਰ ਚੁੱਕੀ ਸੀ, ਇਸ ਉੱਤੇ ਘੜੀ ਮੁੜੀ ਉਹਨੂੰ ਪਛਤਾਵਾ ਹੋ ਰਿਹਾ ਸੀ। ਉਹ ਸੋਚਦੀ, ਮੈਂ ਕੀ ਕਰ ਬੈਠੀ, ਇਤਨਾ ਕਠੋਰ ਵਰਤਾਓ, ਆਹ ਵਿਚਾਰੇ ਉੱਤੇ ਕੀ ਗੁਜ਼ਰੀ ਹੋਵੇਗੀ। ਸ਼ਾਇਦ ਮੈਂ ਉਸਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਮੈਂ ਕੀ ਕਰ ਰਹੀ ਹਾਂ, ਕਿੱਧਰ ਜਾ ਰਹੀ ਹਾਂ। ਓਹ, ਮੈਂ ਆਪਣੇ ਸਵਰਗ ਨੂੰ, ਆਪਣੇ ਸਰਬੰਸ ਨੂੰ ਠੁਕਰਾ ਰਹੀ ਹਾਂ। ਮੈਂ ਆਪਣੇ ਸੁੱਖਾਂ ਦਾ ਹੀ ਨਹੀਂ, ਆਪਣੇ ਪਿਆਰੇ ਦਾ ਵੀ ਬਲਿਦਾਨ ਕਰ ਰਹੀ ਹਾਂ। ਪਰ ਕਿਸ ਉੱਤੋਂ? ਕੀ ਪਿਆਰ ਕਰਨਾ ਪਾਪ ਹੈ? ਜੇ ਪਿਆਰ ਕਰਨਾ ਪਾਪ ਹੈ ਤਾਂ ਕੀ ਪਿਆਰ ਰਤੇ ਦਿਲ ਨੂੰ ਗੋਲੀਆਂ ਨਾਲ ਵਿੰਨਣਾ ਪੁੰਨ ਹੈ? ਕਿ ਖੂਨ ਦੀ ਨਦੀ ਚੋਂ ਲੰਘ ਕੇ ਹੀ ਆਜ਼ਾਦੀ ਦੀ ਸਿਖਰ ਤੇ ਪਹੁੰਚੀਦਾ ਹੈ? ਜੇ ਆਜ਼ਾਦੀ ਇੰਨੀ ਖਤਰਨਾਕ ਹੈ, ਇਨਸਾਨੀ ਲਹੂ ਦੀ ਪਿਆਸੀ ਹੈ, ਤਾਂ ਨਿਸ਼ਚੇ ਹੀ ਉਹ ਆਜ਼ਾਦੀ ਨਹੀਂ, ਕੋਈ ਹੋਰ ਚੀਜ਼ ਹੋਵੇਗੀ। ਇਹਨਾਂ ਸੋਚਾਂ ਦੀਆਂ ਲਹਿਰਾਂ ਨਾਲ ਟਕਰਾਂਦੀ ਤੇ ਉਥਲ-ਪੁਥਲ ਹੁੰਦੀ ਹੋਈ ਪੁਸ਼ਪਾ ਦੀ ਚਿੱਤ ਬਿਰਤੀ ਫਿਰ ਪਿਛਾਂਹ ਮੁੜੀ। ਮੈਂ ਕੀ ਸੋਚ ਰਹੀ ਹਾਂ? ਕਿਤਨੇ ਕਾਇਰਾਂ ਵਾਲੇ ਖਿਆਲ ਲੰਘ ਰਹੇ ਨੇ ਮੇਰੇ ਦਿਲ ਵਿੱਚੋਂ। ਕਿ ਮੈਨੂੰ ਆਪਣੇ ਲਹੂ ਦੀ ਸਿਆਹੀ ਨਾਲ ਕੀਤੇ ਹੋਏ ਉਹ ਦਸਤਖਤਾਂ ਦਾ ਚੇਤਾ ਭੁੱਲ ਗਿਆ? ਕਿ ਬਾਬਾ ਜੀ ਦੇ ਉਪਦੇਸ਼ਾਂ ਦਾ ਅਸਰ ਮੇਰੇ ਦਿਲੋਂ ਜਾਂਦਾ ਰਿਹਾ? ਓ, ਮੈਂ ਕਮਜ਼ੋਰੀ ਦਾ ਸ਼ਿਕਾਰ ਹੋ ਰਹੀ ਹਾਂ। ਮੈਂ ਭਾਰਤ ਪੁੱਤਰੀ ਦੇ ਆਸਣ ਤੋਂ ਡਿੱਗ ਰਹੀ ਹਾਂ। ਨਹੀਂ ਨਹੀਂ, ਮੈਂ ਇਹੋ ਜਿਹੇ ਕਮਜ਼ੋਰ ਖਿਆਲਾਂ ਨੂੰ ਦਿਲ ਵਿੱਚ ਥਾਂ ਨਹੀਂ ਦਿਆਂਗੀ। ਇੱਕ ਸੁੰਦਰ ਦਾਸ ਛੱਡ ਕੇ ਭਾਵੇਂ 1000 ਸੁੰਦਰ ਦਾਸ ਮੈਨੂੰ ਆਪਣੇ ਪ੍ਰਣ ਤੋਂ ਵਾਰਨੇ ਪੈਣ। ਪ੍ਰੀਤਮ ਸਿੰਘ ਤੇ ਸੁੰਦਰਦਾਸ ਨੂੰ ਬੈਠਿਆਂ ਅਜੇ 5 ਮਿੰਟ ਹੀ ਹੋਏ ਸਨ ਕਿ ਪੁਸ਼ਪਾ ਦੋਹਾਂ ਹੱਥਾਂ ਵਿੱਚ ਟਰੇ ਫੜੀ ਅੰਦਰ ਆਈ ਤੇ ਉਸਨੇ ਤਰਪਾਈ ਉੱਤੇ ਰੱਖ ਦਿੱਤੀ। ਇਸ ਵੇਲੇ ਪੁਸ਼ਪਾ ਦਾ ਖਿਆਲ ਕਰਨਾ ਹੀ ਸੁੰਦਰਦਾਸ ਲਈ ਘੱਟ ਦੁਖਦਾਈ ਨਹੀਂ ਸੀ। ਸਾਹਮਣੇ ਪੁਸ਼ਪਾ ਨੂੰ ਵੇਖ ਕੇ ਤਾਂ ਉਸਦੇ ਫੱਟਾਂ ਉੱਤੇ ਲੂਣ ਪੈ ਗਿਆ। ਕਿਉਂਕਿ ਪੁਸ਼ਪਾ ਅਚਾਨਕ ਹੀ ਆ ਗਈ ਸੀ, ਇਸ ਲਈ ਤੱਕਣ ਦੀ ਮਰਜ਼ੀ ਨਾ ਹੁੰਦਿਆਂ ਵੀ ਸੁੰਦਰਦਾਸ ਦੀ ਪਹਿਲੀ ਨਜ਼ਰ ਉਸ ਉੱਤੇ ਪੈ ਹੀ ਗਈ। ਉਸਨੇ ਡਿੱਠਾ, ਪੁਸ਼ਪਾ ਦੇ ਚਿਹਰੇ ਉੱਤੇ ਇਸ ਵੇਲੇ ਚਿੰਤਾ ਜਾਂ ਨਿਰਾਸ਼ਤਾ ਦਾ ਕੋਈ ਚਿੰਨ੍ਹ ਨਹੀਂ, ਸਗੋਂ ਕੱਲ ਨਾਲੋਂ ਕੁਝ ਸੋਖ ਜਾਪਦੀ ਸੀ। ਸੁੰਦਰਦਾਸ ਦੇ ਦਿਲ ਵਿੱਚ ਜਿਹੜੀ ਥੋੜੀ ਘਣੀ ਹਿੰਮਤ ਬਾਕੀ ਸੀ, ਉਹ ਵੀ ਛੱਡ ਬੈਠਾ। ਚਾਹ ਰੱਖ ਕੇ ਜਦ ਪੁਸ਼ਪਾ ਮੁੜਨ ਲੱਗੀ ਤਾਂ ਪ੍ਰੀਤਮ ਸਿੰਘ ਨੇ ਉਸਨੂੰ ਕਿਹਾ, ਪੁਸ਼ਪਾ ਤੂੰ ਨਹੀਂ ਪੀਣੀ? ਨਹੀਂ ਵੀਰਾ ਜੀ, ਮੇਰਾ ਅੱਜ ਦਿਲ ਨਹੀਂ, ਕਹਿ ਕੇ ਪੁਸ਼ਪਾ ਛਪਾ-ਛਪ ਬਾਹਰ ਨਿਕਲ ਗਈ। ਪ੍ਰੀਤਮ ਸਿੰਘ ਆਵਾਜ਼ਾਂ ਹੀ ਦਿੰਦਾ ਰਹਿ ਗਿਆ। ਅੱਧੀ ਪਿਆਲੀ ਤੋਂ ਵੱਧ ਚਾਹ ਉਸਦੇ ਸੰਗੋਂ ਨਾ ਉਤਰ ਸਕੀ। ਤਬੀਅਤ ਨਹੀਂ ਕਰਦੀ, ਕਹਿ ਕੇ ਉਸਨੇ ਪ੍ਰੀਤਮ ਸਿੰਘ ਪਾਸੋਂ ਖਿਮਾ ਮੰਗੀ। ਪ੍ਰੀਤਮ ਸਿੰਘ ਬੋਲਿਆ, ਯਾਰ ਤੁਸੀਂ ਤੇ ਬਿਲਕੁਲ ਹੀ ਨਾਜ਼ੁਕ ਬੰਦੇ ਜਾਂਦੇ ਹੋ। ਰਤਾ ਜਿੰਨਾ ਬੁਖਾਰ ਆਇਆ ਤੇ ਇੱਕ ਕੱਪ ਚਾਹ ਦਾ ਪੀਣਾ ਮੁਹਾਲ ਹੋ ਗਿਆ। ਮੈਂ ਤਾਂ ਸਗੋਂ ਜੇ ਕਦੇ ਬੁਖਾਰ ਹੋ ਜਾਵੇ ਤਾਂ ਦੂਣੀ ਚਾਹ ਪੀਂਦਾ ਹਾਂ। ਸੁੰਦਰਦਾਸ ਨੇ ਬਦੋ-ਬਦੀ ਚਿਹਰੇ ਤੇ ਹਾਸਾ ਲਿਆ ਕੇ ਕਿਹਾ, ਮਹਾਰਾਜ ਤੁਸੀਂ ਤਾਂ ਹੋਏ ਸੁੱਖ ਨਾਲ ਮਿਹਨਤੀ। ਸਾਰਾ ਦਿਨ ਭੱਜੇ ਫਿਰਨਾ ਹੋਇਆ ਤੇ ਸਾਨੂੰ ਬੈਠਿਆਂ ਹੀ ਖਾਦਾ ਪੀਤਾ ਪਚਾਣਾ ਪੈਂਦਾ ਏ। ਅੱਛਾ ਨਖਰੇ ਛੱਡੋ, ਆਪਣਾ ਹਿੱਸਾ ਤੁਹਾਨੂੰ ਖਤਮ ਕਰਨਾ ਪਵੇਗਾ। ਪੁਸ਼ਪਾ ਨੇ ਵੀ ਨਹੀਂ ਪੀਤੀ ਤੇ ਇਹ ਮਰਤਬਾਨ ਜਿਹਾ ਕੌਣ ਮੁਕਾਵੇਗਾ। ਹੱਥ ਵਿੱਚ ਪਿਆਲੀ ਫੜੀ ਸੁੰਦਰਦਾਸ ਘੁੱਟ ਭਰਨ ਹੀ ਲੱਗਾ ਸੀ ਕਿ ਪ੍ਰੀਤਮ ਸਿੰਘ ਦੇ ਮੂੰਹੋਂ ਪੁਸ਼ਪਾ ਦਾ ਨਾਂ ਸੁਣਦਿਆਂ ਉਸਦਾ ਹੱਥ ਜਿੱਥੇ ਸੀ ਉੱਥੇ ਹੀ ਰੁਕ ਗਿਆ। ਉਸਨੂੰ ਅੱਧ ਪਚੱਧ ਕਹਿਣਾ ਮੰਨਣਾ ਹੀ ਪਿਆ, ਪਰ ਪ੍ਰੀਤਮ ਸਿੰਘ ਦੀ ਹਜੇ ਵੀ ਤਸੱਲੀ ਨਾ ਹੋਈ। ਉਹ ਕਹਿਣ ਲੱਗਾ, ਤੇ ਖਾਣ ਦੀ ਸਮੱਗਰੀ ਕੌਣ ਮੁਕਾਵੇਗਾ? ਬੱਧੇ ਰੁੱਧੇ ਸੁੰਦਰਦਾਸ ਨੇ ਉਧਰ ਵੀ ਹੱਥ ਮਾਰਨਾ ਸ਼ੁਰੂ ਕੀਤਾ। ਪ੍ਰੀਤਮ ਸਿੰਘ ਪਿਆਲੀ ਵਿੱਚ ਚਾਹ ਪਾਉਂਦਾ ਹੋਇਆ ਬੋਲਿਆ, ਮੇਰੀ ਸਲਾਹ ਹੈ ਡਾਕਟਰ ਜੀ, ਪੁਸ਼ਪਾ ਦੇ ਵਿਆਹ ਦੀ ਤਰੀਕ ਦਾ ਫੈਸਲਾ ਐਤਕੀ ਹੋ ਜਾਵੇ। ਮਾਂ ਜੀ ਬਹੁਤ ਕਾਲੇ ਪਏ ਹੋਏ ਨੇ। ਸੁੰਦਰਦਾਸ ਅਜਬ ਮੁਸੀਬਤ ਵਿੱਚ ਸੀ। ਇੱਕ ਪਾਸੇ ਪੁਸ਼ਪਾ ਵੱਲੋਂ ਇਨਕਾਰ, ਦੂਜੇ ਪਾਸੇ ਪ੍ਰੀਤਮ ਸਿੰਘ ਦਾ ਇਹ ਪ੍ਰਸਤਾਵ। ਉਸ ਦਾ ਦਿਲ ਚਾਹਿਆ ਕਿ ਪੁਸ਼ਪਾ ਦੀ ਕੱਲ ਵਾਲੀ ਸਾਰੀ ਵਿਥਿਆ ਪ੍ਰੀਤਮ ਸਿੰਘ ਨੂੰ ਸੁਣਾ ਦੇਵੇ, ਪਰ ਗੈਰਤ ਨੇ ਉਸ ਦੀ ਜ਼ੁਬਾਨ ਫੜ ਲਈ। ਉਹ ਡੱਕੇ ਡੋਲੇ ਖਾਂਦਾ ਹੋਇਆ ਬੋਲਿਆ, ਇਸ ਦੀ ਹਜੇ ਕੀ ਕਾਲੀ ਏ? ਕਾਲੀ ਦਾ ਸਵਾਲ ਨਹੀਂ, ਸਵਾਲ ਇਸ ਗੱਲ ਦਾ ਹੈ ਕਿ ਜਿਹੜਾ ਕੰਮ ਕਰਨਾ ਹੈ ਉਸਨੂੰ ਕਿਉਂ ਨਾ ਜਲਦੀ ਤੋਂ ਜਲਦੀ ਸਿਰੇ ਚੜਾਇਆ ਜਾਵੇ। ਹਾਂ ਦੱਸੋ, ਤੁਹਾਨੂੰ ਕਿੰਨੇ ਦਿਨ ਸੂਟ ਕਰਦੇ ਨੇ? ਸੁੰਦਰਦਾਸ ਚੁੱਪ ਰਿਹਾ। ਪ੍ਰੀਤਮ ਸਿੰਘ ਨੇ ਫਿਰ ਕਿਹਾ, ਮੇਰੀ ਸਲਾਹ ਹੈ ਅਗਲੇ ਮਹੀਨੇ ਦੀ ਹੀ ਕੋਈ ਤਰੀਕ ਮੁਕਰਰ ਕੀਤੀ ਜਾਵੇ। ਕਿਉਂ, ਠੀਕ ਹੈ? ਇੰਨੇ ਚਿਰ ਵਿੱਚ ਸੁੰਦਰਦਾਸ ਨੇ ਇੱਕ ਬਹਾਨਾ ਘੜ ਹੀ ਲਿਆ ਤੇ ਛਾਤੀ ਤੇ ਪੱਥਰ ਰੱਖ ਕੇ ਬੋਲਿਆ, ਸਰਦਾਰ ਜੀ, ਗੱਲ ਅਸਲ ਵਿੱਚ ਇਹ ਹੈ ਕਿ ਮੈਂ ਹਾਲੇ ਕੁਝ ਚਿਰ ਇਕੱਲਾ ਰਹਿਣਾ ਚਾਹੁੰਦਾ ਹਾਂ। ਇਕੱਲਾ ਰਹਿਣਾ ਚਾਹੁੰਦੇ ਹੋ? ਉਸ ਸੁੰਦਰਦਾਸ ਵੱਲ ਹੈਰਾਨੀ ਨਾਲ ਤੱਕ ਕੇ ਪੁੱਛਿਆ, ਕਿਉਂ? ਬੜੇ ਚਿਰ ਤੋਂ ਮੇਰਾ ਦਿਲ ਕਰਦਾ ਸੀ ਕਿ ਲੰਮਾ ਟੂਰ ਲਾਉਣ ਲਈ ਸਬਬ ਨਾਲ ਇੱਕ ਸਾਥੀ ਵੀ ਮਿਲ ਗਿਆ ਹੈ, ਇਸ ਲਈ ਮੈਂ ਬਹੁਤ ਜਲਦੀ ਜਾਣਾ ਚਾਹੁੰਦਾ ਹਾਂ। ਉਹ, ਪ੍ਰੀਤਮ ਸਿੰਘ ਨੇ ਮਜ਼ਾਕ ਵਿੱਚ ਕਿਹਾ, ਤੁਹਾਨੂੰ ਵੀ ਪੁੱਠੀਆਂ ਹੀ ਸੁਝਦੀਆਂ ਨੇ। ਮਾਲੂਮ ਹੁੰਦਾ ਏ ਆਵਾਰਾਗਰਦੀ ਦਾ ਤੁਹਾਨੂੰ ਚਸਕਾ ਪੈ ਗਿਆ ਹੈ। ਮੈਂ ਇਸ ਦਾ ਪੱਕਾ ਫੈਸਲਾ ਕਰ ਚੁੱਕਾ ਹਾਂ। ਪ੍ਰੀਤਮ ਸਿੰਘ ਦੇ ਦਿਲ ਨੂੰ ਧੱਕਾ ਜਿਹਾ ਵੱਜਿਆ, ਪਰ ਤਾਂ ਵੀ ਉਹ ਨਿਰਾਸ਼ ਨਹੀਂ ਹੋਇਆ। ਫਿਲਹਾਲ ਉਸਨੇ ਇਸ ਕੰਮ ਦਾ ਭਾਰ ਪੁਸ਼ਪਾ ਉੱਤੇ ਹੀ ਰਹਿਣ ਦੇਣਾ ਠੀਕ ਸਮਝਿਆ। ਦੁਪਹਿਰਾਂ ਦਾ ਵੇਲਾ ਸੀ। ਪੁਸ਼ਪਾ ਇਸ ਵੇਲੇ ਘਰ ਨਹੀਂ ਸੀ। ਸੁੰਦਰਦਾਸ ਮਾਂ ਜੀ ਨਾਲ ਚੋਖਾ ਚਿਰ ਗੱਲਾਂ ਕਥਾ ਕਰਨ ਤੋਂ ਬਾਅਦ ਬਾਹਰ ਨਿਕਲਿਆ। ਗੱਲਾਂ ਦਾ ਵਿਸ਼ਾ ਉਹੀ ਸੁੰਦਰਦਾਸ ਦੇ ਦਿਲ ਨੂੰ ਲੂਣ ਵਾਲਾ ਸੀ, ਅਰਥਾਤ ਪੁਸ਼ਪਾ ਦੇ ਵਿਆਹ ਬਾਬਤ।
ਉਸਨੇ ਟਾਲ-ਮਟੋਲ ਕਰਕੇ ਕਿਸੇ ਤਰ੍ਹਾਂ ਖਹਿੜਾ ਛੁਡਾਇਆ। ਹੁਣ ਚਾਹੁੰਦਾ ਸੀ ਕਿ ਜਿੰਨੀ ਛੇਤੀ ਹੋ ਸਕੇ ਇੱਥੋਂ ਖਿਸਕਣ ਦੀ ਕਰੇ। ਸ਼ਾਮ ਦੀ ਗੱਡੀ ਚੜ੍ਹਨ ਦੀ ਉਸਨੇ ਸਲਾਹ ਕੀਤੀ। ਉਹ ਉਸ ਕਮਰੇ ਵੱਲ ਤੁਰਿਆ ਜਿਸ ਵਿੱਚ ਉਸਦਾ ਲਟਾ-ਪਟਾ ਪਿਆ ਸੀ। ਕਮਰੇ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਘਰ ਦੇ ਰਸੋਈਏ ਨੇ ਉਸਨੂੰ ਇੱਕ ਬੰਦ ਲਿਫਾਫਾ ਦਿੱਤਾ। ਅੰਦਰ ਜਾ ਕੇ ਉਸਨੇ ਲਿਫਾਫਾ ਖੋਲ੍ਹਿਆ ਤੇ ਪੜ੍ਹਨ ਲੱਗਾ। ਉਸ ਵਿੱਚ ਇਹ ਮਜ਼ਮੂਨ ਸੀ। ਮਾਨਯੋਗ ਡਾਕਟਰ ਜੀ, ਮੈਨੂੰ ਆਪਣੇ ਆਦਮੀਆਂ ਪਾਸੋਂ ਪਤਾ ਲੱਗਾ ਹੈ ਕਿ ਸਾਡੇ ਦਲ ਨੂੰ ਫੜਨ ਬਾਰੇ ਆਪਣੇ ਦੋਸਤ ਸਰਦਾਰ ਪ੍ਰੀਤਮ ਸਿੰਘ ਦੀ ਮਦਦ ਕਰਨ ਲਈ ਤੁਸੀਂ ਦਿੱਲੀੋਂ ਸੱਦੇ ਗਏ ਹੋ। ਕਿਉਂਕਿ ਤੁਸੀਂ ਇੱਕ ਦੇਸ਼ ਭਗਤ ਹੋ, ਇਸ ਲਈ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਨਾਲ ਹੀ ਮੈਨੂੰ ਤੁਹਾਡੇ ਉੱਤੇ ਇੱਕ ਰੋਸ ਵੀ ਹੈ ਕਿ ਤੁਸੀਂ ਦੇਸ਼ ਭਗਤ ਹੁੰਦੇ ਹੋਏ ਇੱਕ ਦੇਸ਼ ਭਗਤ ਜਥੇ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀ ਮਦਦ ਕਰਨੀ ਚਾਹੁੰਦੇ ਹੋ। ਮੰਨਿਆ ਕਿ ਤੁਹਾਡੇ ਸਾਡੇ ਕੰਮ ਦੇ ਰਸਤੇ ਵੱਖੋ ਵੱਖਰੇ ਹਨ, ਪਰ ਸਾਡਾ ਦੋਹਾਂ ਦਾ ਉਦੇਸ਼ ਤਾਂ ਇੱਕ ਹੈ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਮਿਲ ਕੇ ਇੱਕ ਤਾਂ ਤੁਹਾਨੂੰ ਇਸ ਗੁੰਮਰਾਹੀ ਤੋਂ ਰੋਕਣ ਦੀ ਕੋਸ਼ਿਸ਼ ਕਰਾਂ ਜਿਹੜੀ ਤੁਸੀਂ ਪੁਲਿਸ ਦੀ ਮਦਦ ਕਰਨ ਲਈ ਤਿਆਰੀ ਕਰ ਰਹੇ ਹੋ। ਦੂਸਰਾ, ਮੈਂ ਤੁਹਾਡੇ ਨਾਲ ਆਪਣੇ ਅਤੇ ਤੁਹਾਡੇ ਕੰਮ ਕਰਨ ਦੇ ਅਸੂਲਾਂ ਬਾਰੇ ਵੀ ਤਬਾਦਲਾ ਖਿਆਲਾਤ ਕਰਨਾ ਚਾਹੁੰਦੀ ਹਾਂ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਜ਼ਰੂਰ ਸਾਡੇ ਕੰਮਾਂ ਨਾਲ ਸਹਿਮਤ ਹੋ ਜਾਓਗੇ। ਨਾ ਕੇਵਲ ਸਹਿਮਤ ਹੀ, ਸਗੋਂ ਇਸ ਗਾਂਧੀਵਾਦ ਦੀ ਬੇਅਰਥ ਫਾਹੀ ਵਿੱਚੋਂ ਨਿਕਲ ਕੇ ਸਾਡੇ ਸਾਥੀ ਹੋਣ ਦਾ ਮਾਣ ਵੀ ਪ੍ਰਾਪਤ ਕਰੋਗੇ। ਆਸ਼ਾ ਹੈ ਤੁਸੀਂ ਮੇਰੇ ਪ੍ਰਸਤਾਵ ਨੂੰ ਮੋੜੋਗੇ ਨਹੀਂ। ਰਾਵੀ ਰੋਡ ਉੱਤੇ 355 ਨੰਬਰ ਕੋਠੀ ਵਿੱਚ ਮੈਂ ਕੱਲ ਸ਼ਾਮ ਦੇ 9 ਵਜੇ ਤੁਹਾਡੀ ਉਡੀਕ ਕਰਾਂਗੀ, ਕਿਉਂਕਿ ਮੈਂ ਤੁਹਾਡੇ ਉੱਤੇ ਭਰੋਸਾ ਕਰ ਰਹੀ ਹਾਂ ਕਿ ਤੁਸੀਂ ਇਸ ਚਿੱਠੀ ਤੇ ਮੁਲਾਕਾਤ ਦੇ ਭੇਦ ਨੂੰ ਆਪਣੇ ਅੰਦਰ ਹੀ ਰੱਖੋਗੇ। ਕੋਠੀ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਬੂਹਾ ਹੈ। ਉਸ ਥਾਂ ਦੀ ਬੇਖਟਕੇ ਅੰਦਰ ਲੰਘ ਆਉਣਾ। ਕਿਸੇ ਨੂੰ ਪੁੱਛਣ ਪਛਾਣ ਦੀ ਲੋੜ ਨਹੀਂ ਹੋਵੇਗੀ। ਭਾਰਤ ਪੁੱਤਰੀ। ਸੁੰਦਰ ਦਾਸ ਦਾ ਮਾਯੂਸ ਚਿਹਰਾ ਟਹਿਕ ਉੱਠਿਆ। ਉਹ ਸੋਚਣ ਲੱਗਾ ਕਿ ਮੈਂ ਭਾਰਤ ਪੁੱਤਰੀ ਨੂੰ ਮਿਲ ਸਕਾਂਗਾ, ਪਰ ਉਸਨੂੰ ਮੇਰੇ ਆਉਣ ਦਾ ਪਤਾ ਕਿੱਕਣ ਲੱਗ ਗਿਆ। ਬੜਾ ਮਜ਼ਾ ਆਵੇਗਾ, ਉਸਨੂੰ ਜ਼ਰੂਰ ਮਿਲਾਂਗਾ। ਉਹ ਬੜੀ ਬੇਸਬਰੀ ਨਾਲ ਸਮੇਂ ਦੀ ਉਡੀਕ ਕਰਨ ਲੱਗਾ। ਸਾਰੀ ਰਾਤ ਉਸਦੇ ਦਿਲ ਵਿੱਚ ਭਾਰਤ ਪੁੱਤਰੀ ਦਾ ਹੀ ਵਾਸਾ ਰਿਹਾ। ਇਸ ਰੁਕਾਵਟ ਕਰਕੇ ਪੁਸ਼ਪਾ ਦੀ ਚਿੰਤਾ ਦਾ ਭਾਰ ਕੁਝ ਹੌਲਾ ਹੋ ਗਿਆ। ਉਸਨੇ ਅੱਜ ਦਿੱਲੀ ਜਾਣ ਦੀ ਸਲਾਹ ਮੁਲਤਵੀ ਕਰ ਦਿੱਤੀ। ਧੰਨਵਾਦ।